ਕਿਵੇਂ ਹੋ ਗਿਆ? ਕੋਈ ਤੁਹਾਡੀ ਨਹੀਂ ਗੱਲ ਹੋਈ? ਦੁਲਹਨ ਨਾਲ ਅਕਸਰ ਖਵਾਤੀਨ ਗੱਲ ਕਰਦੀਆਂ ਜਦੋਂ ਲੈ ਕੇ ਆਉਂਦੇ ਨਾ ਉਹਨੂੰ, ਹਾਂਜੀ ਤੇ ਉਹਦੇ ਨਾਲ ਪੁੱਛਦੇ ਨੇ ਕਿ ਬੇਟਾ ਕੀ ਹਾਲ ਹੈ, ਕੀ ਗੱਲਾਂ ਹੋਈਆਂ ਤੁਹਾਡੀਆਂ ਇਸ ਔਰਤ ਨਾਲ? ਅਸੀਂ ਬਰਾਤ ਲੈ ਕੇ ਗਏ ਆ ਤੇ ਛੋਟੀ ਬੇਟੀ ਹੈ ਮੇਰੀ ਤੇ ਮੈਂ ਆਨੀ ਆ ਕਿ ਚੱਲ ਅਸੀਂ ਨੂੰ ਵੇਖ ਕੇ ਆਈ ਆਪਣੀ ਠੀਕ ਹੈ। ਉਹਨੇ ਮੈਂ ਨੂੰ ਮੈਂ ਸੰਚਾ ਅਸੀਂ ਉਹਨਾਂ ਦੇ ਬਰਾਈਡਲ ਰੂਮ 'ਚ ਗਏ ਆ ਤੇ ਉਹਨੇ ਐਂ ਤਾਂ ਧਿਆਨ ਕੀਤਾ ਤੇ ਫੇਰ ਥੱਲੇ ਕਰ ਲਿਆ ਤੇ ਮੈਂ ਆਨੀ ਆ ਤੁਸੀਂ ਕੀ ਸੇ ਰਿਹਾ ਮੈਨੂੰ ਤਾਂ ਕੁੜੀ ਪਸੰਦ ਨਹੀਂ ਲੱਗੀ। ਅੱਛਾ। ਆਂਦੀ ਖਾਲਾ ਚੁੱਪ ਕਰ ਸੁਣ ਨਾ ਲਵੇ। ਮੈਂ ਕਿਹਾ ਧੀਏ ਉਹਦਾ ਕੰਮ ਹੈ ਸਲਾਮ ਲੈਣਾ, ਅਸਾਂ ਵੀ ਲਈਏ। ਉਹਨੇ ਨਹੀਂ ਲਈ। ਠੀਕ ਹੈ। ਅਸੀਂ ਉਹ ਮੇਰੀ ਭਣੇਵੀਂ ਲੈ ਕੇ ਤੇ ਆ ਗਈ ਅਦਨਾਨ ਦੀ ਸਿਸਟਰ। ਸਹੀ ਹੈ। ਆਂਦੀ ਖਾਲਾ ਚਲੋ ਬਾਹਰ, ਤੁਸੀਂ ਵਡੇਰਿਆਂ ਵਾਲੀਆਂ ਗੱਲਾਂ ਕਰਦੇ ਹੋ। ਮੈਂ ਕਿਹਾ ਧੀਏ ਵਡੇਰਿਆਂ ਵਾਲੇ ਕਿਤੇ ਮੈਂ ਕੋਈ ਵਡੇਰੀ ਆ? ਆਂਦੀ ਖਾਲਾ ਨਹੀਂ ਇੱਥੇ ਲੜਾਈ ਨਾ ਹੋਵੇ। ਅਸੀਂ ਆ ਗਏ ਆ, ਅਸੀਂ ਸਟੇਜ ਤੇ ਆਏ ਆ। ਉੱਥੇ ਸਾਡਾ ਵਲੀਮੇ ਵਾਲੇ ਦਿਨ ਦੀ ਗੱਲ ਨਹੀਂ ਸੁਣਾ ਰਹੇ? ਬਰਾਤ ਵਾਲੇ ਦਿਨ। ਬਰਾਤ ਵਾਲੇ ਦਿਨ ਵੀ ਉਸ ਕੁੜੀ ਦੇ ਚਾਲ ਚਮਨ ਜਿਹੜੇ ਨਾ ਸਾਡੇ ਨਾਲ ਖੁਸ਼ ਨਹੀਂ। ਅੱਛਾ, ਠੀਕ ਨਹੀਂ ਸੀ। ਹਾਂਜੀ। ਇਹਨਾਂ ਨੂੰ ਮੈਂ ਆਖਿਆ ਤੁਸੀਂ ਕੀ ਵੇਖਿਆ? ਇਹਨਾਂ ਆਖਿਆ ਅੱਲਾਹ ਤਵੱਕਲ ਹੀ ਕੀਤਾ, ਅੱਲਾਹ ਮਦਦ ਸਾਡੀ ਕਰੇਗਾ ਜੀ, ਸਾਨੂੰ ਕਰਾਉਣ ਵਾਲੇ ਨੇ ਇੰਝ ਹੀ ਦੱਸਿਆ। ਮੈਂ ਕਿਹਾ ਤੁਸੀਂ ਕੋਈ ਚੰਗੀ ਮਾਰੀ? ਕੋਈ ਚੰਗੀ ਮਾਰੀ ਨਹੀਂ। ਅੱਗੋਂ ਆਈ ਇੱਥੇ ਵਿਆਹ ਕਿ ਬਾਜੀ ਨੂੰ ਅਸੀਂ ਆਉਂਦੇ ਹਾਂ, ਬਾਜੀ ਆਂਦੀ ਆ ਤੁਹਾਡਾ ਭਣੇਵਾਂ ਜੇ ਤੇ ਤੁਸੀਂ ਨਾ ਆਪ ਹੀ ਭਣੇਵੀਂ ਨਾਲ ਗੱਲਬਾਤ ਕਰੋ। ਅਸੀਂ ਆਏ ਹਾਂ ਤੇ ਅਸੀਂ ਆਨੇ ਆਖਿਆ ਦਨਾਨ ਦੇ ਅਸੀਂ ਖਾਲਾ ਵਾ। ਉਹਨੇ ਨਹੀਂ ਆਖਿਆ ਖਾਲਾ ਤੁਸੀਂ ਪਵੋ, ਦਨਾਨ ਦੀ ਨਹੀਂ ਖਾਲਾ ਤੁਸੀਂ ਹੁਣ ਮੇਰੇ ਵੀ ਹੋ ਖਾਲਾ। ਬਿਲਕੁਲ। ਉਹਨੇ ਸਾਡੇ ਨਾਲ ਨਹੀਂ ਬੋਲੀ। ਅਸੀਂ ਇੱਕ ਦੋ ਗੱਲਾਂ ਕੀਤੇ ਨੇ, ਅਸੀਂ ਬਾਹਰ ਟੁਰ ਗਏ। ਮੈਂ ਆਨੀ ਆ ਬਾਜੀ ਮੈਂ ਉੱਥੇ ਬਰਾਈਡਲ ਰੂਮ 'ਚ ਵੀ ਇਹਨੂੰ ਵੇਖਿਆ ਤੇ ਇਹ ਇੰਝ ਹੀ ਹੈ ਤੇ ਹੁਣ ਵੀ ਇਹਨੇ ਪੁੱਫੀਆਂ ਆਈਆਂ ਨੇ ਜਿੰਨੇ ਰਿਸ਼ਤੇਦਾਰ ਕਰੀਬੀ ਉਹਨੇ ਇੰਝ ਹੀ ਨਾ ਬੋਲੀ ਨਹੀਂ, ਇੰਝ ਗੁੱਸੇ 'ਚ ਤੇ ਆਪਣੇ ਧਿਆਨ ਬੈਠੀ। ਅੱਗੋਂ ਰਾਤ ਪੈ ਗਈ। ਅਸਾਂ ਬੱਚੇ ਨੂੰ ਆਖਿਆ ਕਿ ਬੇਟਾ ਨੇ ਬਾਹਰ ਪਿਆ ਫਿਰਦਾ ਟੁਰਦਾ ਹਾਲ 'ਚ ਤੇ ਬਾਜੀ ਆਂਦੀ ਹੈ ਮੈਂ ਥੱਕੀ ਆ ਬਰਾਤ ਚੋਂ। ਹਾਂਜੀ, ਬਰਾਤ ਚੋਂ ਟਕਾ ਕੇ ਲਿਆਏ ਆ। ਤੇਲ ਚੋਇਆ ਵੇ, ਪਾਣੀ ਵਾਰਿਆ, ਦੱਥੀਆਂ ਵਾਰ ਕੇ ਦੁਲਹਨ ਤੋਂ। ਠੀਕ ਹੈ। ਪੂਰੇ ਚਾਵਾਂ ਦੇ ਨਾਲ। ਅੱਗੇ ਸਾਡੇ ਜਿਹੜੇ ਬਜ਼ੁਰਗ ਨੇ ਖਾਲੀ ਪਾਣੀ ਵਾਰਦੇ ਸਨ। ਹੁਣ ਨਵੀਂ ਰਸਮ ਨਿਕਲੀ ਹੈ ਕਿ ਦੁਲਹਾ ਜਿਹੜਾ ਨਾ ਦੁਲਹਨ ਤੋਂ ਪੈਸੇ ਵਾਰ ਕੇ ਤੇ ਅਡਾਂਦਾ। ਅੱਗੋਂ ਨਾਨਾ ਉਹਦਾ ਗੁੱਸਾ ਆਇਆ ਹੋਣ ਲੱਗ ਪਿਆ ਜੇ ਤੁਸੀਂ ਹੂਰ ਪਰੀ ਵਿਆਹ ਲਿਆਂਦੀ ਤੁਸੀਂ ਪੈਸੇ ਭੇਜਾ। ਅਸੀਂ ਤੁਸੀਂ ਚੁੱਪ ਕਰੋ, ਤੁਹਾਡਾ ਤਾਂ ਹੋਰ ਸੀ। ਉਹ ਵੀ ਚੁੱਪ ਕਰ ਗਏ ਤੇ ਉਹ ਸਾਰੇ ਅਸਾਂ ਗੱਲਾਂ ਬਾਤਾਂ ਕਰਨ। ਦੁੱਲੇ ਆਪਣੇ ਭਣੇਵੇਂ ਨੂੰ ਛਾਪ ਦਿੱਤੀ ਇੱਕ ਪੁੱਤਰਾ ਜਾ ਮੂੰਹ ਖਾਈ ਪਾ ਕੇ ਆਪਣਾ ਆਰਾਮ ਕਰੋ। ਉਹਨੇ ਛਾਪ ਪਵਾਈ, ਮੂੰਹ ਖਾਈ, ਦਰਵਾਜ਼ਾ ਬੰਦ ਕਰ ਲਿਆ। ਉਹਨੇ ਬਾਹਰ ਨਿਕਲ ਕੇ ਵੇਖਿਆ ਕਿ ਜਿਵੇਂ ਨਾ ਸੌਂਗੇ ਨੇ ਸਾਰੇ ਬਾਹਰ ਵਾਲੇ। ਕੋਈ ਦੋਵਾਂ ਮੀਆਂ ਬੀਵੀ ਦੀ ਹੋਈ ਹੈ ਪਰੇਸ਼ਾਨੀ ਜਿਹੜੀ ਵੀ ਬਣੀ ਗਈ। ਉਹਨੇ ਦੁਲਹਨ ਨੇ ਕੁਝ ਆਖਿਆ ਆਪਣੇ ਬਾਰੇ 'ਚ ਕਿ ਜਾਂ ਕੋਈ ਮਸਲੇ ਮਸਾਇਲ। ਦੁਲਹਾ ਜਿਹੜਾ ਸਾਡਾ ਉਹ ਕਦੀ ਬਾਹਰ ਤੇ ਕਦੀ ਅੰਦਰ, ਕਦੀ ਬਾਹਰ ਤੇ ਕਦੀ ਅੰਦਰ। ਅਸੀਂ ਆਨੇ ਅਦਨਾਨ ਕੀ ਗੱਲ ਆਂਦਾ ਖਾਲਾ ਕੁਝ ਵੀ ਨਹੀਂ, ਮੈਨੂੰ ਗਰਮੀ ਲੱਗਣ ਦੀ। ਪੁੱਤਰਾ ਗਰਮੀ ਲੱਗਣ ਦੀ ਪੱਖਾ ਲਾ ਲਿਆ, ਫਰਸ਼ੀ ਲਿਆ ਕੇ ਦੇਣੇ ਉਹ ਲਾ। ਨਹੀਂ ਖਾਲਾ ਮੈਨੂੰ ਪਤਾ ਨਹੀਂ ਕੀ ਹੈ, ਮੇਰਾ ਦਿਲ ਨਹੀਂ ਕਰਦਾ। ਪੂਰੀ ਰਾਤ ਉਸ ਵਿਚਾਰੇ ਇੰਝ ਗੁਜ਼ਾਰ ਹਾਂਜੀ ਟੈਨਸ਼ਨ। ਸਾਨੂੰ ਨਹੀਂ ਉਹਨੇ ਦੱਸਿਆ ਕਿ ਉਸ ਉਹਦੇ ਨਾਲ ਕਿਹੜੀ ਗੱਲ ਕੀਤੀ। ਠੀਕ ਹੈ। ਉਹਨੇ ਇਹ ਪਰਦਾ ਰੱਖਿਆ ਕਿ ਵਾਪੀ ਵਿਆਹ ਹੋਈਏਗਾ, ਬਲਾਦਰੀ ਟੁਰ ਜਾਏਗੀ, ਮੈਂ ਮਾਂ ਬਾਪ ਨਾਲ ਡਿਸਕਸ ਕਰਾਂਗਾ। ਲੇਕਿਨ ਉਹਨੇ ਪਰੇਸ਼ਾਨ ਕਰਤਾ, ਪਰੇਸ਼ਾਨ ਆਉਂਦੇ ਨੇ ਘਰ। ਠੀਕ ਹੈ। ਹਾਂਜੀ ਹੁੰਦੇ ਨੇ ਅੱਜ ਕੱਲ ਜਿਹੜਾ ਮਾਹੌਲ ਮੰਗਣੀਆਂ ਸ਼ੰਗਣੀਆਂ ਕਰੀਏ ਫੋਨ ਕਰਦੇ ਨੇ ਇੱਕ ਦੂਸਰੇ ਨੂੰ। ਉਹ ਵੀ ਉਹਨੇ ਸਾਡੇ ਬੱਚੇ ਨਾਲ ਨਹੀਂ ਕਦੀ ਰਾਬਤਾ, ਕੋਈ ਉਹਦੀ ਗੱਲ ਹੀ ਇਸ ਤਰ੍ਹਾਂ ਦੀ। ਵੱਡਿਆਂ ਜੋ ਤੈਅ ਕੀਤਾ ਬੱਚੇ ਨੇ ਆਮੀਨ ਕਰ ਲਿਆ। ਠੀਕ ਹੈ ਭਾਜੀ, ਸਹੀ ਹੈ। ਅੱਛਾ ਅੰਦਰ ਬਾਹਰ ਮਤਲਬ ਪਰੇਸ਼ਾਨ ਹੋ ਗਿਆ। ਹਾਂਜੀ ਸੋ ਗਿਆ। ਸੁਬਾਹ ਅਸੀਂ ਉਠਾਇਆ ਤੇ ਬੱਚੇ ਨੂੰ ਆਖਿਆ ਕਿ ਜਿਹੜਾ ਮੇਰਾ ਪੁੱਤਰ ਆਂਦਾ ਅੱਛਾ ਖਾਲਾ ਪਰੇਸ਼ਾਨ। ਅਸੀਂ ਆਨੇ ਅਦਨਾਨ ਕੋਈ ਗੱਲ? ਉਹਨੇ ਆਖਿਆ ਖਾਲਾ ਕੋਈ ਗੱਲ ਨਹੀਂ। ਪਰੇਸ਼ਾਨ ਇੰਝ ਇੱਕ ਬੰਦੇ ਦੀ ਮੁਸਕਰਾਹਟ ਹੁੰਦੀ, ਉਹਦੀ ਮੁਸਕਰਾਹਟ ਚਿਹਰੇ ਤੇ ਨਹੀਂ ਹੈ। ਅਸੀਂ ਆਨੇ ਆ ਕਿ ਤਿਆਰ ਹੋਵੋ ਇਹਦੇ ਪੇਕੇ ਆਉਣ ਵਾਲੇ ਨੇ। ਆਂਦਾ ਖਾਲਾ ਹੋ ਜਾਨੇ ਆ। ਆਂਦਾ ਖਾਲਾ ਮੇਰੇ 3 ਪੀਸ ਦੀ ਸ਼ਰਟ ਇਸਤਰੀ ਕਰ ਦਿਓ, ਰੈਡੀਮੇਡ ਇੱਥੇ ਉਹ ਭਾਣਾ ਕੱਢਣ ਵਾਲੀਆਂ। ਮੈਂ ਉਹ ਕਰਕੇ ਦਿੱਤੇ ਬਾਜੀ ਨੂੰ। ਮੈਂ ਪਈ ਆਂਦੀ ਤੂੰ ਰਾਤ ਦੀ ਸੁੱਤੀ ਹੈ, ਤੇਰੀ ਹਈ ਆਂਦੀ ਹੈ ਪਤਾ ਨਹੀਂ ਅੱਜ ਕੀ, ਮੇਰੀ ਕਮਰ 'ਚ ਬੜੀ ਦਰਦ ਹੈ। ਅਸਾਂ ਆਖਿਆ ਸਾਡੇ ਇੱਥੇ ਖਾਲਾ ਇਹਦੀ ਅਦਨਾਨ ਦੀ ਦਾਦੀ ਬਿਮਾਰ ਹੋ ਸਕਦਾ, ਉਹਨੂੰ ਕੋਈ ਮਸਲਾ ਬਣ ਜੇ ਤੇ ਬਾਜੀ ਤਾਂ ਪਰੇਸ਼ਾਨ ਹੈ। ਮਾਂ ਸੀ ਇਹਦੀਆਂ ਤੇ ਆਂਦਰਾਂ ਬੁੱਝ ਗਈਆਂ, ਪਰ ਅੱਲਾਹ ਤਾਲਾ ਦਾ ਹੁਕਮ ਹੀ ਨਾ ਹੋਇਆ ਪੁੱਤਰ ਨੂੰ ਵੱਖਰਿਆਂ ਕਰਕੇ ਪੁੱਛੇ ਕੋਈ ਨਾ। ਉਸ ਤੋਂ ਬਾਅਦ ਵਲੀਮੇ ਵਾਸਤੇ ਅਸਾਂ ਤਿਆਰੀ ਕਰ ਲਈ ਸੀ, ਸਭ ਤਿਆਰ ਹੋ ਗਏ ਆ। ਉਹਨੂੰ ਵੀ ਤਿਆਰ ਕਰਕੇ ਲੈ ਗਏ ਆ। ਜਦੋਂ ਮੈਰਿਜ ਹਾਲ 'ਚ ਗਈ ਹੈ ਨਾ, ਫਿਲਮ ਵਾਲਾ ਆਂਦਾ ਬਾਜੀ ਇਹਨੂੰ ਆਖੋ ਕਿ ਇੰਝ ਕੈਮਰੇ ਦੀ ਤਰਫੋਂ ਵੇਖੇ ਇਹ ਇੰਝ ਕਰਕੇ ਪਈ ਜਾਂਦੀ। ਅੱਗੋਂ ਮੈਂ ਬਾਂਹ ਫੜ ਕੇ ਨਹੀਂ ਧੀਏ ਫਿਲਮ ਤੇ ਅਸਾਂ ਪੈਸੇ ਬੁਲਾਨੇ ਤਾਂ ਮੂੰਹ ਕਰਕੇ ਟੋਰ ਥੋੜਾ ਜਿਹਾ ਇੰਝ ਕੀਤਾ ਉਹ ਤਾਂ ਫੇਰ ਥੱਲੇ ਕਰ ਲਿਆ। ਸਹੀ ਹੈ। ਅਸਾਂ ਫੇਰ ਵੀ ਆਖਿਆ ਕੋਈ ਗੱਲ ਨਹੀਂ, ਜਾਨ ਸਿਆਣੇ ਆਪਣੇ ਮਾਂ ਬਾਪ ਵਾਸਤੇ ਭੈਣਾਂ ਭਰਾਵਾਂ ਲਈ ਪਰੇਸ਼ਾਨ ਹੈ। ਸਾਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਸੀ। ਸਹੀ ਹੈ। ਸਟੇਜ ਤੱਕ ਇਸ ਤਰ੍ਹਾਂ ਹੀ ਗਈ ਹੈ ਫਿਲਮ ਬਣਦੀ ਦੇ ਵਿੱਚ। ਉੱਥੇ ਸਾਡਾ ਅਦਨਾਨ ਜਿਹੜਾ ਉਹ ਬਹਿ ਗਿਆ ਲਾਗ ਕੇ ਇੰਝ ਕਰਕੇ ਬਹਿ ਰਿਹਾ, ਹੱਥ ਰੱਖ ਕੇ। ਮੈਂ ਆਨੀ ਆ ਪੁੱਤਰ
ਤੂੰ ਇੱਥੇ ਹੱਥ ਰੱਖਿਆ, ਤੈਨੂੰ ਕਿਹੜੀ ਪਰੇਸ਼ਾਨੀ ਆਂਦਾ। ਪਰੇਸ਼ਾਨ ਹੀ ਰਿਹਾ ਹਾਂਜੀ ਉਹਨੇ ਪਰੇਸ਼ਾਨ, ਆਂਦਾ ਹੀ ਲੇਕਿਨ ਕਰਤਾ। ਹਾਂਜੀ ਉਹਨੇ ਸਾਨੂੰ ਦੱਸੀ, ਮੁੰਡੇ ਵਿਚਲੀ ਗੱਲ ਨਹੀਂ ਦੱਸੀ। ਆਂਦਾ ਖਾਲਾ ਜੀ ਉਰਾ ਆਓ, ਮੈਂ ਤੁਹਾਨੂੰ ਦੱਸਣਾ ਇਹਦੇ ਪੇਕੇ ਆ ਗਏ ਨੇ। ਮੈਂ ਆਨੀ ਆ ਪੁੱਤਰ ਇਹਨਾਂ ਨੂੰ ਪਹਿਲਾਂ ਬਾਹ ਲਈਏ। ਅਸਾਂ ਫੁੱਲਾਂ ਦਾ ਇਸਤਕਬਾਲ ਕੀਤਾ, ਉਹਨਾਂ ਨਾਲ ਕੋਈ ਅਸਾਂ ਉਹਨਾਂ ਦਾ ਸਗਨ ਨਹੀਂ ਛੱਡਿਆ। ਠੀਕ ਹੈ। ਹਈਏ ਕਿ ਅਸੀਂ ਗਏ ਹਾਂ ਤਾਂ ਉਹਨਾਂ ਸਾਡੇ ਲਈ ਕੋਈ ਇੰਤਜ਼ਾਮ ਨਹੀਂ ਅੱਛਾ ਕੀਤਾ, ਖਾਣਾ ਖਿਲਾਇਆ ਨੇ, ਫੁੱਲ ਸ਼ੁੱਲ ਕੋਈ ਨਹੀਂ। ਰਸਮਾਂ ਕਿੰਨੀਆਂ ਹੁੰਦੀਆਂ ਨੇ ਦੂਲੇ ਵਾਲਿਆਂ ਦੀਆਂ, ਉਹਨਾਂ ਕੋਈ ਨਹੀਂ, ਅਸਾਂ ਉਹਨਾਂ ਦੀਆਂ ਕੀਤੀਆਂ। ਬਿਲਕੁਲ ਖਾਣਾ ਖਿਲਾਇਆ, ਖਿਲਾ ਕੇ ਤੇ ਆਂਦੇ ਨੇ ਅਸੀਂ ਚੱਲੇ ਆ। ਅਸੀਂ ਆਨੇ ਆ ਕਿ ਕੋਸਟਰ ਹੀ ਲੈ ਕੇ ਆਇਓ, ਕੈਰੀ ਡੱਬਾ ਜਾਂ ਕੋਈ ਗੱਡੀ ਸਪੈਸ਼ਲ ਜਵਾਈ ਵਾਸਤੇ ਬੰਦੇ ਲੈ ਕੇ ਆਉਂਦੇ ਨੇ। ਅਸੀਂ ਕੋਈ ਨਹੀਂ ਗੱਲ ਕੀਤੀ। ਦੂਸਰੀ ਬਰਾਤ ਤੇ ਲਿਜਾਣਾ ਸੀ ਹਾਂਜੀ, ਵਲੀਮੇ ਤੇ। ਉਹਨਾਂ ਨੇ ਉਹ ਕੋਸਟਰ 'ਚ ਹੀ ਸਾਡੇ ਬੱਚੇ ਨੂੰ, ਆਪਣੀ ਬੱਚੀ ਨੂੰ ਬਿਠਾਇਆ ਤੇ ਉਹ ਆਂਦੇ ਨੇ ਅਸਾਂ ਗੁਜਰਾਤ ਜਾਣਾ, ਆਪਣੀ ਵੱਡੀ ਬੱਚੀ ਨੂੰ ਲੈ। ਅਸਾਂ ਆਖਿਆ ਸਾਡੇ ਵੱਲੋਂ ਹੁਣ ਤੁਸੀਂ ਜਿੱਥੇ ਮਰਜ਼ੀ ਜਾਓ, ਇਹ ਸਾਡੀ ਸਾਰੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਰਸਮ ਚੱਲ ਰਹੀ, ਕੋਈ ਮਸਲਾ ਨਹੀਂ। ਉੱਥੇ ਗਏ ਨੇ ਗੁਜਰਾਤ, ਉੱਥੋਂ ਵਾਪੋ ਗੁਜਰਾਤ ਉਹਨਾਂ ਦਾ ਨਹੀਂ ਦਾ ਲੱਗਾ। ਉਸ ਕੁੜੀ ਨੇ ਆਖਿਆ ਮੈਂ ਜਾਣਾ ਕੈਰੀ ਡੱਬੇ 'ਚ। ਅਦਨਾਨ ਆਂਦਾ ਕੈਰੀ ਡੱਬੇ 'ਚ ਤੇ ਤੂੰ ਆ ਜਾਵੇਂ, ਤੂੰ ਤੇ ਮੈਂ ਹੁਣ ਇੱਕ ਆ ਤੇ ਜਿਹੜਾ ਨਾ ਅਸੀਂ ਇਕੱਠੇ ਹੀ ਜਾਂਦੇ ਆ, ਮੈਨੂੰ ਵੀ ਕੈਰੀ ਡੱਬੇ 'ਚ ਬਾਲਿਆ। ਆਂਦੀ ਨਹੀਂ ਤੈਨੂੰ ਬਾਹ ਲੈਨੇ ਆ। ਕੈਰੀ ਡੱਬੇ 'ਚ ਉਹ ਬਹਿ ਗਈ, ਆਪ ਉਸੇ ਹੀ ਬੱਸ ਤੇ ਕੋਸਟਰ ਤੇ ਸਾਡਾ ਬੇਟਾ ਬਹਿ ਗਿਆ ਤੇ ਨਾਲ ਹੀ ਦੂਸਰੇ ਬਹਿ ਗਏ। ਉਹ ਆਪਣੀ ਭੈਣ ਭਣੂਜੇ ਨਾਲ ਬਹਿ ਗਈ, ਨਾਲ ਇਹਨੂੰ ਵੀ ਬੰਦੀ, ਲੇਕਿਨ ਨਹੀਂ ਪਾਇਆ ਕਿਸਲੇ ਫੋਨ 'ਚ ਰਾਬਤੇ 'ਚ ਰਹੀ। ਮੁੰਡਾ ਸਾਡਾ ਘਰ ਗਿਆ, ਘਰ ਜਾਂਦਾ ਉਹਨਾਂ ਦੇ ਘਰ ਪਹੁੰਚਿਆ, ਮੁਕਤੇ ਮੰਡ ਪਹੁੰਚਿਆ ਤੇ ਕਿਤੇ ਦਰਵਾਜ਼ੇ ਦੇ ਪਿੱਛੇ ਛੁਪਿਆ ਸੀ ਜਾਂ ਕੀ ਮਸਲਾ ਸੀ। ਉਹਨੇ ਆ ਇੱਥੇ 2 ਗੋਲੀਆਂ ਮਾਰ ਦਿੱਤੀਆਂ, ਕਤਲ ਕਰਾ ਦਿੱਤਾ ਆਪਣੇ ਆਸ਼ਕ ਕੋਲੋਂ। ਜਦੋਂ ਕਤਲ ਕਰਾ ਦਿੱਤਾ, ਸਾਡੇ ਬੱਚਾ ਜਿਹੜਾ ਉਹਨੇ ਇੰਨੀ ਗੱਲ ਹੀ ਕੀਤੀ ਏ। ਮੇਰੇ ਕੀ ਹਾਲ ਹੋਣਾ ਇਹਨਾਂ ਦਾ, ਇਹਦੀ ਮਾਂ ਦਾ, ਪੂਰੇ ਖਾਨਦਾਨ ਦਾ ਕੀ ਹਾਲ ਸੀ? ਅਸੀਂ ਜਿਹੜੇ ਆ, ਅਸੀਂ ਖਾਲਾ ਸਨ, ਮਾਮੂ ਵੀ ਉਹਨਾਂ ਦੇ ਆਏ ਸਨ। ਅਸੀਂ ਆਖਿਆ ਬਾਜੀ ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਜਾਈਏ। ਆਂਦੀ ਹੈ ਕਤਲ ਤੋਂ ਬਾਅਦ ਕਿਹਾ? ਨਹੀਂ, ਉਸੇ ਦਿਨ ਵਲੀਮੇ ਵਾਲੇ ਦਿਨ ਰਿਸ਼ਤੇਦਾਰ ਘਰਾਂ ਨੂੰ ਜਾਂਦੇ ਨੇ। 10 ਦਾ ਟਾਈਮ ਹੋ ਗਿਆ, ਅਸੀਂ ਬਾਜੀ ਕੋਲ ਹੀ ਬੈਠੇ ਆ। ਜਿਸ ਤੋਂ ਬੈਠੇ ਆ 11 ਦਾ ਟਾਈਮ ਹੋਇਆ ਬਾਈ। ਆਂਦੀ ਨੇ ਫੋਨ ਆਇਆ, ਅਸੀਂ ਤੁਰ ਗਏ ਆ। ਇੱਥੇ ਸਾਡੇ ਨਾਲ ਹੀ ਕਾ ਪਿੰਡ ਬਿਹਾਰੀਪੁਰ, ਉੱਥੇ ਅਸੀਂ ਚਲੇ ਗਏ ਹਾਂ ਤੇ ਇਹਨਾਂ ਦੇ ਮਾਮੂ ਨੂੰ ਫੋਨ ਆਇਆ ਤੇ ਆਂਦਾ ਦਨਾਨ ਆਂਦਾ ਮਾਮੂ ਜੀ ਮੈਨੂੰ ਗੋਲੀ ਲੱਗ ਗਈ। ਉਹਨਾਂ ਫੋਨ ਖੋਲਿਆ, ਜਦੋਂ ਉਹਨੂੰ ਕਿਤੇ ਬਣੀ ਹੈ ਉਹਨਾਂ ਫੋਨ ਖੋਲਿਆ, ਬਾਈ ਫੋਨ ਬੰਦ ਹੋ ਗਿਆ। ਕਿਸੇ ਮਹੱਲੇ ਦੇ ਨੇ ਜਾਂ ਕਿਸੇ ਨੇ ਇਹ ਨਹੀਂ ਗੱਲ ਕੀਤੀ, ਆਹ ਨੰਬਰ ਜੇ ਗੱਲ ਕਰ ਲਵੋ। ਅਸਾਂ ਨੰਬਰ ਮੋਬਾਇਲ ਦੂਸਰੇ 'ਚ ਕਰਕੇ ਸਾਨੂੰ ਤਾਂ ਟੈਨਸ਼ਨ ਬਣ ਗਈ। ਅਸੀਂ ਤਾਂ ਤਿਆਰੀ ਕਰਨ ਦੇ ਹਨ ਸੁਬਾਹ ਜਾਣ ਦੀ। ਬਾਜੀ ਨੂੰ ਆਹਾਂ ਕਿਹਾ ਅਸੀਂ ਸੁਬਾਹ ਆ ਜਾਵਾਂਗੇ ਕਿ ਹੁਣ ਅਸੀਂ ਘਰ ਜਾਣਾ, ਬੱਚਿਆਂ ਨੂੰ ਸਕੂਲ ਭੇਜਣਾ। ਇਹਨਾਂ ਆਖਿਆ ਠੀਕ ਹੈ। ਅਸੀਂ ਭਾਈ ਉਹ ਫੋਨ ਕੀਤਾ ਉਸ ਬੰਦੇ ਨੂੰ, ਉਹਨੇ ਆਖਿਆ ਦਨਾਨ ਨੂੰ ਗੋਲੀਆਂ ਲੱਗ ਗਈਆਂ ਤੇ ਦਨਾਨ ਨੂੰ ਹਸਪਤਾਲ ਲੈ ਗਏ ਨੇ। ਫਿਰ ਅਸਾਂ ਫੋਨ ਕੀਤਾ, ਅਸੀਂ ਰੋਂਦੇ ਪਿੱਟਦੇ ਕਿ ਸਾਡੇ ਦਨਾਨ ਨੂੰ ਕੀ ਬਣ ਗਿਆ, ਕਿਹੜੇ ਸਾਡਾ ਤੇ ਦੁਸ਼ਮਣ ਹੀ ਕੋਨੇ। ਫਿਰ ਝੱਟ ਨੂੰ ਫੋਨ ਇਹਨਾਂ ਕੀਤਾ, ਅਸੀਂ ਗੁਜਰਾਂ ਵਾਲੇ ਲੈ ਗਏ ਆ, ਅਦਨਾਨ ਫੌਤ ਹੋ ਗਏ। ਅਸੀਂ ਮੇਰਾ ਭਰਾ ਉੱਥੋਂ ਪਿੱਟਦੇ ਆਏ ਆਪਣੀ ਧੀ ਕੋਲ, ਧੀ ਵੀ ਅੱਗੋਂ ਪਿੱਟੇ ਪਈ ਤੇ ਇਹਨਾਂ ਨੂੰ ਵੀ ਕਿਸੇ ਨੇ ਉਹਨਾਂ ਹੀ ਸਾਨੂੰ ਇਹਨਾਂ ਨੂੰ ਵੀ ਦੱਸ ਛੜਿਆ ਪਿੱਟ ਕੇ। ਮੇਰੇ ਭਰਾਵਾ ਨਾ ਅਸੀਂ ਘਰਾਂ 'ਚ ਗੁੰਨਿਆ, ਨਾ ਪਕਾਇਆ, ਨਾ ਕੁਝ ਨਾ ਕੱਜ। ਕੱਲ ਦੇ ਬਿਲਕ ਕੇ ਅੱਜ ਉਹਦਾ ਜਨਾਜ਼ਾ ਕੀਤਾ। 2 ਰਾਤਾਂ ਸਾਂ ਔਖੀਆਂ ਕੱਢੀਆਂ, ਅੱਜ 9 ਵਜੇ ਜਨਾਜ਼ਾ ਕੀਤਾ। ਮੇਰੇ ਭਰਾਵਾ ਅਸੀਂ ਲੁੱਟੇ ਨਾ, ਸਾਡੇ ਨਾਲ ਪੁਲਿਸ ਤਾਮਨ ਕਰ ਰਹੀ ਹੈ, ਨਾ ਕੋਈ ਹੋਰ, ਨਾ ਉਹ ਕੁੜੀ ਨੂੰ ਫੜਨ ਦੇ ਨੇ, ਨਾ ਮੁੰਡੇ ਨੂੰ ਫੜਨ ਦੇ ਨੇ। ਮਰੀਮ ਨਵਾਜ਼ ਨਾਲ ਇਹ ਹੀ ਸਾਡਾ ਮੁਤਾਲਬਾ ਹੈ ਕਿ ਸਾਨੂੰ ਕਤਲ ਦਾ ਬਦਲਾ ਉਹਨਾਂ ਸਾਡਾ ਇੱਕ ਕੀਤਾ, ਅਸਾਂ 2 ਕਰਕੇ ਵੀ ਨਹੀਂ ਛੱਡਣਾ। ਅਸੀਂ ਬਹੁਤ ਪਰੇਸ਼ਾਨ, ਕੋਈ ਸਾਡੇ ਨਾਲ ਟੁਰਨ ਹੀ ਨਹੀਂ ਦੇ। ਪੁਲਿਸ ਕੋਈ ਬੰਦਾ ਨਹੀਂ ਸਾਡੇ ਬੂਹੇ ਤੇ ਆਇਆ, ਅਫਸੋਸ ਲਈ ਨਹੀਂ ਆਇਆ ਸਾਡੇ ਘਰ। ਐਡਾ ਵੱਡਾ ਸਾਨਿਆ ਹੋ ਗਿਆ, ਇੰਨਾ ਕੁ ਹੋ ਗਿਆ ਸਾਡੇ, ਪੂਰਾ ਪਾਕਿਸਤਾਨ ਪਰੇਸ਼ਾਨ ਹੈ ਇਸ ਗੱਲ ਤੋਂ। ਕੋਈ ਨਹੀਂ ਜੇ ਜਵਾਨ ਸਾਡਾ 5 ਸਾਲਾਂ ਦਾ ਪੁੱਤਰ, ਸਾਡਾ ਦੋਹਤਰਾ, ਸਾਡਾ ਭਨੇਵਾ, ਸਾਡਾ ਭੈਣ ਭਰਾ ਪਿੱਟ ਕੇ ਸਾਡੀ ਕਿਸੇ ਨੇ ਅਪੀਲ ਸੁਣੀ। ਮਰੀਮ ਨਵਾਜ਼ ਨਾਲ ਇਹ ਵੇ ਕਿ ਸਾਨੂੰ ਪੁਲਿਸ ਨੂੰ ਪੁੱਛਿਆ ਕਿ ਇੰਨਾ ਵੱਡਾ ਵਾਕਿਆ ਹੋ ਗਿਆ ਤੇ ਉਹਨਾਂ ਕਿਉਂ ਨਹੀਂ ਸਾਡੇ ਤੱਕ ਆਏ, ਉਹਨਾਂ ਸਾਡੀ ਗੱਲ ਹੀ ਨਹੀਂ ਸੁਣੀ। ਸਾਨੂੰ ਇਨਸਾਫ ਚਾਹੀਦਾ। ਹਾਂਜੀ, ਸਾਡਾ ਪੁੱਤਰ ਟੁਰ ਗਿਆ, ਉਹ ਵੀ ਦੁਨੀਆ ਤੇ ਨਾ ਫਿਰਨ। ਇੰਝ ਹੀ ਅਸੀਂ ਮਾਰ ਗਏ ਜਿਵੇਂ ਉਹਨਾਂ ਸਾਡੇ ਨੂੰ ਮਾਰਿਆ, डाटा होना सानू मार है। ठीक मुतालबा है। नाज़रीन, इनका बिल्कुल दुरुस्त मुतालबा है। वो चाहती हैं कि उनके साथ भी ऐसा हो। ये कैमरामैन दिखाएं, ये वो जालिम सफाक मुलजमा के लिए ये वो कपड़े थे जो उसके ससुराल वालों ने उसके लिए तैयार करवाए हुए थे, और उसने अपने शौहर को ये शेरवानी पहनकर वो उसे अपने घर से लेकर आया। ये मेहंदी का सूट है, वो माँ गले लगा लगा के बार बार रोती है। अभी तो उसे समझ ही नहीं आ रही कि उसके साथ हो क्या गया है। वो गिफ्ट पड़े हैं जो उससे मिले थे, तमाम की तमाम चीज़ें यहाँ पे मसहरी सजाई हुई थी, और आज
اسی دولہے کو جو ہے وہ منو مٹی تلے یہ سپرد خاک کر کے آئے ہیں، اور ایک ایسی ظالم عورت نے ان کا گھر جو ہے وہ نست و نبود کر دیا، تباہ کر دیا۔ اگر وہ کسی سے محبت کرتی تھی، اس نے اپنا آشنا رکھا ہوا تھا، تو ان سے انکار کر دیتی کہ وہ شادی نہیں کرنا چاہتی، ایک ماہ تک نکاح بھی رہا، وہ بھی ٹوٹ سکتا ہے، لیکن اس کی جان لے لینا، یہ کہاں کا انصاف؟ ایک ماں پر کیا بیت رہی ہے؟ پہلے بچے کی وہ شادی کرنے لگی تھی، 5 بچوں کی وہ ماں ہے، 4 بیٹے ہیں، 1 بیٹی ہے۔ سب سے بڑا بیٹا تھا جوید عرف عدنان، جو محنت مزدوری کرتا تھا اور ساتھ ساتھ ان کا سب سے بڑا گھر کا کفیل بھی تھا۔ باپ بھی بہت خوش تھا، ماں بھی بہت خوش تھی، تمام رشتہ دار آئے ہوئے تھے، لیکن ان رشتہ داروں کو بھی معلوم نہیں تھا کہ وہ صرف خوشی منانے کے لیے نہیں جا رہے، بلکہ ایک قیامت جو ان پر ٹوٹ پڑے گی اس کے لیے بھی وہ دلاسا دیں گے انہیں اور ان کے ساتھ رہیں گے۔ اب وہ سپرد خاک کر دیا گیا ہے، اب یہ بھی لوگ اپنے اپنے گھروں کو چلے جائیں گے، لیکن ماں وہیں پر رہ جائے گی اور روز دیکھے گی کہ یہ میرے بیٹے عدنان نے، جوید نے یہ شیروانی پہنی تھی، یہ کلہ پہنا تھا، اور اس ظالم عورت کے لیے کیا کچھ انہوں نے خریدا تھا، کہاں کہاں سے وہ اس کے لیے کپڑے لے کر آئے تھے، کتنے اچھے کپڑے اس کے لیے بنوائے تھے، لیکن اس نے اپنے شوہر کو قتل کروا دیا۔ لہٰذا یہاں پر صرف اپنی لڑکیوں کی شادی کرنے سے پہلے یہ نہ سوچیں، بلکہ اپنے لڑکوں کی شادی کرنے سے پہلے بھی ان خاندان کے بارے میں ایک ایک چیز ٹھیک طرح سے سوچ لیں، سمجھ لیں، ان کا جائزہ لیں، ان کی صحیح سے تحقیق کریں کہ وہ لوگ کس طرح کے ہیں، کہیں اس طرح کا خوفناک واقعہ آپ کے ساتھ بھی پیش نہ آ جائے اور کوئی مزید خوشیوں والا گھر اس طرح کوہرام میں بھرپا نہ ہو جائے۔ ابھی ہمارے کیمرہ مین آپ کو یہاں سے دور سے دکھائیں تو ابھی بھی لوگ جو ہیں وہ یہاں پر ان کے رشتہ دار عزیز و قارب جو ہیں وہ یہاں پر آئے ہوئے ہیں، ان کے ساتھ ہی ہیں، لیکن یہ آئے تو خوشیاں منانے کے لیے تھے، لیکن انہیں کیا معلوم تھا کہ اب جو ہے وہ جوید عرف عدنان کا نماز جنازہ بھی انہیں پڑھنا پڑے گا اور اسے سپرد خاک کرنا پڑے گا۔ ہم چاہتے ہیں اس والدہ کو اللہ پاک صبر دے اور حکومت وقت اس ماں کی فریاد ضرور سنیں، اسے انصاف فراہم کیا جائے، ان ملزمان کو عبرت کا نشان بنا دیا جائے، تاکہ آئندہ کوئی بھی ایسا کرنے سے پہلے یہ 1000 بار ضرور سوچ لے کہ اس کا انجام کیا ہوگا۔ اس کمرے میں کھڑا تو ہوں، لیکن جس دکھ اور تکلیف سے میں گزر رہا ہوں، یہ سوچ کے کہ ان کے والدین کا کیا حال ہوگا، ان کے بھائی بہنوں کا کیا حال ہوگا جو خوشیاں منا رہے تھے، اور باہر گیٹ پہ انہوں نے لکھایا ہوا ہے کہ ساڈے منڈے دا بیاہ ہے، تو آج اس منڈے کا جنازہ ہوا ہے، اسے سپرد خاک کر دیا گیا۔ تو لہٰذا زندگی کے اہم ترین فیصلے سوچ سمجھ کے کریں، اور ایسے واقعات میں ملوث حکومت وقت سے یہ اپیل ہے کہ ملزمان کسی رعایت کے مستحق نہیں ہیں، ان کے ساتھ سخت سے سخت سلوک کیا جائے اور انہیں عبرت کا نشان بنا دیا جائے۔ مزید اس کیس میں جو حقائق ہوں گے اس سے بھی ہم آپ کو آگاہ کرتے رہیں گے۔ تب تک کے لیے اپنے میزبان سلمان قریشی کو اجازت دیجیے۔ اللہ نے کے بعد